ਗਿਆਨ ਗਿਆਨ ਕਿਛ ਕਰਨ ਨਾ ਜਾਣਾ, ਨਾਹੀ ਨਾ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਏ ਤਰਣੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਰ ਭਾਈ ਗੁਰਦਾਸ ਜੀ ਕੀਆਂ। ਵਾਰ 12ਵੀਂ ਪੌੜੀ ਚੌਥੀ। ਹਉ ਤਿਸ ਕੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਕੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੈ। ਹਉ ਤਿਸ ਕੋਲ ਕਮਾਇਆ, ਪਰ ਦਰ ਮੈਨੂੰ ਹੱਥ ਨ ਲਾਵੈ। ਹਉ ਤਿਸ ਕੋਲ ਕਮਾਇਆ, ਪਰ ਨਿੰਦਾ ਸੁਣ ਆਪੇ ਹਟਾਵੈ। ਹਉ ਤਿਸ ਕੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੈ। ਹਉ ਤਿਸ ਕੋਲ ਕਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਗੁਰਮੁਖ ਸੋਈ ਸਹਿਜ ਸਮਾਵੈ। ਗੁਰਮੁਖ ਸੋਈ ਸਹਿਜ ਸਮਾਵੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋਂ ਵਡਭਾਗੇ ਹੋ। ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੀਆਂ ਹੋਇਆਂ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ 12ਵੀਂ ਵਾਰ ਦੀ ਚੌਥੀ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ, ਜਿਸ ਦੇ 2 ਬੰਦਾਂ ਦੇ ਵਿਚਾਰ ਆਪਾਂ ਕਰ ਚੁੱਕੇ ਹਾਂ। ਰਹਿੰਦੇ ਬੰਦਾਂ ਦੇ ਵਿਚਾਰ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਿੱਖ ਗੁਰੂ ਕੇ ਬਚਨਾਂ ਨੂੰ ਸੁਣ ਕੇ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰ ਲੈਂਦਾ ਹੈ, ਸੋਚ ਨੂੰ ਪਵਿੱਤਰ ਕਰ ਲੈਂਦਾ ਹੈ, ਆਚਰਨ ਨੂੰ ਉੱਚਾ ਕਰ ਲੈਂਦਾ ਹੈ, ਗੁਰੂ ਵੀ ਉਸ ਤੋਂ ਸਦਕੇ ਜਾਂਦੇ ਹਨ ਤੇ ਭਾਈ ਗੁਰਦਾਸ ਜੀ ਵਰਗੀ ਮਹਾਨ ਸ਼ਖਸੀਅਤ ਵੀ ਉਸ ਤੋਂ ਕੁਰਬਾਨ ਜਾਂਦੀ ਹੈ। ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬੋਲ ਪੜ੍ਹਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਆਪ ਜਪੈ ਅਵਰੈ ਨਾਮ ਜਪਾਵੈ। ਵੀ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਨਾਨਕ ਮੰਗਦਾ ਹੈ ਵੀ ਜਿਹੜਾ ਆਪ ਜਪਦਾ ਹੈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿਉਂਦਾ ਹੈ, ਜ਼ਿੰਦਗੀ ਵਿੱਚ ਚੇਤੇ ਕਰਦਾ ਹੈ ਤੇ ਹੋਰਨਾਂ ਨੂੰ ਦ੍ਰਿੜ ਕਰਵਾਉਂਦਾ ਹੈ। ਇਸੇ ਤਰ੍ਹਾਂ ਇਸ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਉਸ ਸਿੱਖ ਤੋਂ ਕੁਰਬਾਨ ਜਾ ਰਹੇ ਹਨ
ਜਿਹੜਾ ਆਪਣੇ ਹਿਰਦੇ ਵਿੱਚ ਗਰੀਬੀ ਭਾਵ ਨਿਮਰਤਾ ਨੂੰ ਲੈ ਕੇ ਆ ਜਾਂਦਾ ਹੈ, ਨਿਮਰਤਾ ਵਰਗਾ ਗੁਣ ਅਪਣਾ ਕੇ ਜ਼ਿੰਦਗੀ ਜਿਉਂਦਾ ਹੈ। ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਉਸ ਤੋਂ ਕੁਰਬਾਨ ਜਾਂਦੇ ਨੇ ਜਿਹੜਾ ਪਰਾਈ ਇਸਤਰੀ ਦੇ ਨੇੜੇ ਮੈਲੇ ਵਿਚਾਰ ਲੈ ਕੇ, ਮੈਲੀ ਭਾਵਨਾ ਲੈ ਕੇ ਨਹੀਂ ਜਾਂਦਾ। ਉਹਦੀ ਅਵਸਥਾ ਇਹ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ। ਇੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ ਤੇ ਅਗਲੀ ਪੰਕਤੀ ਜਿਹਦੀ ਅੱਜ ਆਪਾਂ ਵਿਚਾਰ ਕਰਨੀ ਹੈ, ਹਉ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਕਿ ਮੈਂ ਉਸ ਗੁਰਸਿੱਖ ਤੋਂ ਵਾਰਨੇ ਜਾਣਾ ਹਾਂ ਜੋ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ, ਜਿਹਦੇ ਅੰਦਰ ਲੋਭ ਨਹੀਂ, ਤ੍ਰਿਸ਼ਨਾ ਨਹੀਂ। ਆਪਣੀ ਮਿਹਨਤ ਹੱਕ ਹਲਾਲ ਦੀ ਕਮਾਈ ਵਿੱਚੋਂ ਥੋੜਾ ਪ੍ਰਾਪਤ ਹੋਵੇ, ਬਹੁਤਾ ਪ੍ਰਾਪਤ ਹੋਵੇ, ਉਹਨੂੰ ਵਰਤ ਕੇ ਆਪਣੇ ਜੀਵਨ ਦਾ ਗੁਜ਼ਰਾਨ ਕਰਦਾ ਦੀ ਕਿਸੇ ਦੂਸਰੇ ਦੇ ਧਨ ਉੱਤੇ ਉਹਦੀ ਅੱਖ ਨਹੀਂ ਹੈ। ਉਸ ਤੋਂ ਕੁਰਬਾਨ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਹੁਣ ਆਪਾਂ ਸਾਰੇ ਜਾਣਦੇ ਹਾਂ, ਗ੍ਰਸਤੀ ਹਾਂ, ਤੇ ਗ੍ਰਸਤੀ ਦੇ ਸਭ ਤੋਂ ਜਿਹੜੀ ਮੁੱਢਲੀ ਜਿਹੜੀ ਲੋੜ ਹੈ ਉਹ ਧਨ ਹੈ। ਗ੍ਰਸਤੀ ਵਾਸਤੇ ਸਭ ਤੋਂ ਜਿਹੜੀ ਲੋੜੀਂਦੀ ਚੀਜ਼ ਹੈ ਉਹ ਧਨ ਹੈ। ਵੈਸੇ ਗ੍ਰਸਤੀ ਦੇ ਕੋਲ 3 ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਰੋਟੀ, ਕੱਪੜਾ ਤੇ ਮਕਾਨ। ਪਰ ਇਹ ਤਿੰਨੇ ਚੀਜ਼ਾਂ ਧਨ ਦੇ ਆਸਰੇ ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸੋ ਮਨੁੱਖ ਦੀ ਮੁੱਢਲੀ ਲੋੜ ਧਨ ਹੈ। ਧਨ ਦੇ ਨਾਲ ਸਹੂਲਤਾਂ, ਧਨ ਦੇ ਨਾਲ ਰਿਜ਼ਕ, ਧਨ ਦੇ ਨਾਲ ਛੱਤ, ਸਾਰਾ ਕੁਝ, ਕੱਪੜਾ ਖਰੀਦਿਆ ਜਾ ਸਕਦਾ ਹੈ। ਇਸੇ ਕਰਕੇ ਮੇਰੇ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਧਰਮ ਦੀ ਕਿਰਤ ਕਰਕੇ ਧਨ ਕਮਾਉਣ ਦੀ ਪ੍ਰੇਰਨਾ ਦਿੱਤੀ ਹੈ ਕਿ ਤੂੰ ਆਪਣੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਜੋ ਪਰਿਵਾਰ ਦੀ ਪਾਲਣਾ ਹੈ, ਆਪਣੀ 10 ਨੌਹਾਂ ਦੀ ਕਿਰਤ ਕਮਾਈ ਕਰਕੇ ਤੂੰ ਪੂਰੀਆਂ ਕਰਨੀਆਂ ਹਨ। ਤੂੰ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਾ। ਪਰ ਗੁਰਮਤੀਆ ਹੋ ਕਰਕੇ ਜਦੋਂ ਤੂੰ ਸਿੱਖੀ ਦੇ ਮਾਰਗ ਤੇ ਤੁਰੇਗਾ, ਫਿਰ ਧਨ ਤੋਂ ਤੂੰ ਗੁਜਰਾਨ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਕੇ ਤੁਰੇਗਾ। ਫਿਰ ਧਨ ਤੇਰੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਇੱਕ ਸਾਧਨ ਹੋਵੇਗਾ। ਜਦੋਂ ਤੱਕ ਮਨੁੱਖ ਧਨ ਨੂੰ ਗੁਜਰਾਨ ਦਾ ਸਾਧਨ ਸਮਝਦਾ ਹੈ, ਇਸ ਤੋਂ ਉੱਤੇ ਹੋਰ ਕੁਝ ਨਹੀਂ, ਇਹ ਧਨ ਮੇਰੇ ਵਾਸਤੇ, ਉਦੋਂ ਤੱਕ ਮਨੁੱਖ ਇਮਾਨਦਾਰ ਬਣਿਆ ਰਹਿੰਦਾ ਹੈ। ਪਰਾਏ ਧਨ ਨੂੰ ਹਥਿਆਉਣ ਦੀ, ਕਬਜ਼ੇ ਵਿੱਚ ਕਰਨ ਦੀ ਉਹਦੇ ਅੰਦਰ ਲਾਲਸਾ, ਉਹਦੇ ਅੰਦਰ ਤਮੰਨਾ ਜਨਮ ਨਹੀਂ ਲੈਂਦੀ। ਜਦੋਂ ਤੱਕ ਇਹ ਭਾਵਨਾ ਉਹਦੇ ਅੰਦਰ ਹੈ ਇਹ ਤੇ ਗੁਜਰਾਨ ਦਾ ਸਾਧਨ ਹੈ, ਜੇ ਥੋੜਾ ਹੈ ਤੇ ਉਸੇ ਹਿਸਾਬ ਨਾਲ ਮੈਂ ਆਪਣੀਆਂ ਲੋੜਾਂ ਪੂਰੀਆਂ ਕਰਾਂਗਾ। ਮੈਂ ਤੇ ਲੋੜਾਂ ਪੂਰੀਆਂ ਕਰਨੀਆਂ ਨਾ, ਲੋੜਾਂ ਨੂੰ ਪੂਰੀਆਂ ਕਰਨ ਦਾ ਇੱਕ ਸਾਧਨ ਸਮਝੇ, ਗੁਜਰਾਨ ਦਾ ਇੱਕ ਸਾਧਨ ਸਮਝੇ, ਤੇ ਧਨ ਮਨੁੱਖ ਨੂੰ ਸੁੱਖ ਦਿੰਦਾ ਹੈ। ਪਰ ਜੇ ਲੋੜਾਂ ਤੋਂ ਉੱਪਰ ਉੱਠ ਕੇ ਮਨੁੱਖ ਲੋਭ ਲਾਲਚ ਦਾ ਸ਼ਿਕਾਰ ਹੋ ਕਰਕੇ ਜੇ ਧਨ ਨੂੰ ਸਭ ਕੁਝ ਸਮਝ ਲਵੇ, ਤੇ ਫਿਰ ਇਸੇ ਧਨ ਦੇ ਖਾਤਰ ਮਨੁੱਖ ਕਈ ਤਰ੍ਹਾਂ ਦੇ ਪਾਪ ਕਰਦਾ ਹੈ, ਕਈ ਤਰ੍ਹਾਂ ਦੀਆਂ ਚਲਾਕੀਆਂ, ਕਈ ਤਰ੍ਹਾਂ ਦੀਆਂ ਚਤੁਰਾਈਆਂ ਵਰਤਦਾ ਹੈ। ਜੇ ਮਨੁੱਖਤਾ ਦੇ ਅੱਜ ਹਿਰਦੇ ਨੂੰ ਪੜਚੋਲ ਕੇ ਵੇਖੀਏ, ਉਹਦੇ ਅੰਦਰ ਇੱਕ ਸੋਚ ਘਰ ਘਰ ਬੈਠੀ ਹੈ। ਸਮੁੱਚੀ ਮਨੁੱਖਤਾ ਦੀ ਸੋਚ, ਉਹਦੇ ਵਿੱਚ ਇੱਕ ਖਿਆਲ ਬੈਠ ਗਿਆ ਹੈ। ਉਹ ਖਿਆਲ ਕਿਹੜਾ ਹੈ ਕਿ ਧਨ ਹੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ। ਮੇਰੇ ਕੋਲ ਵੱਧ ਤੋਂ ਵੱਧ ਅਗਰ ਧਨ ਹੋਵੇਗਾ ਤੇ ਸੰਸਾਰ ਦੀਆਂ ਸਹੂਲਤਾਂ ਮੇਰੇ ਕਦਮਾਂ ਵਿੱਚ ਹੋਣਗੀਆਂ।
ਤੇ ਫਿਰ ਜਿੱਥੇ ਵੱਧ ਤੋਂ ਵੱਧ ਧਨ ਹੋਏਗਾ, ਸਹੂਲਤਾਂ ਹੋਣਗੀਆਂ, ਰਿਸ਼ਤੇਦਾਰ ਸੱਜਣ ਮਿੱਤਰ ਵੀ ਮੇਰੇ ਆਲੇ ਦੁਆਲੇ ਹੋਣਗੇ, ਮੈਨੂੰ ਦੁਨੀਆ ਵਿੱਚ ਸਤਿਕਾਰ ਵੀ ਬਹੁਤਾ ਮਿਲੇਗਾ, ਪਦਵ ਵੀ ਬਹੁਤਾ ਮਿਲੇਗਾ। ਹੈ ਵੀ ਐਸਾ ਸੰਸਾਰ ਦੇ ਵਿੱਚ ਵੇਖਣ ਨੂੰ ਮਿਲਦਾ ਵੀ ਇਨਸਾਨ ਦੇ ਕੋਲ ਧਨ ਹੈ, ਦੌਲਤ ਦੀ ਤਾਕਤ ਉਹਦੇ ਕੋਲ ਹੈ, ਵੱਡੇ ਕੀ ਛੋਟੇ ਕੀ ਸਾਰੇ ਉਹਦਾ ਅਦਬ ਕਰਦੇ ਨੇ, ਉਹਦੇ ਅੱਗੇ ਨਿਉਂਦੇ ਨੇ, ਭਾਵੇਂ ਉਹ ਇਨਸਾਨ ਗੁਣਾਂ ਕਰਕੇ ਅੰਦਰੋਂ ਮਹਾਨ ਨਾ ਵੀ ਹੋਵੇ, ਕਰੈਕਟਰ ਦਾ, ਜੀਵਨ ਦਾ, ਕਿਰਦਾਰ ਦਾ ਉੱਚਾ ਨਾ ਵੀ ਹੋਵੇ, ਅਤ ਦਰਜੇ ਦਾ ਨੀਚ ਵੀ ਹੋਵੇ, ਪਰ ਉਹਦੇ ਅੱਗੇ ਲੋਕ ਨਿਉਂਦੇ ਨੇ। ਬਹੁਤ ਸਾਰੇ ਅਮੀਰਾਂ ਨੇ ਆਪਣੇ ਅੰਦਰਲੇ ਕੁਕਰਮ ਤੇ ਪਾਪ ਧਨ ਦਾ ਪਰਦਾ ਲਾ ਕੇ ਕੱਜੇ ਹੋਏ ਨੇ। ਲੋਕ ਉਹਨਾਂ ਦੀ ਖਿਲਾਫਤ ਕਰਦੇ ਹੀ ਨਹੀਂ, ਗਰੀਬ ਦੇ ਉੱਤੇ ਝੱਟ ਉਂਗਲੀ ਉਠਾ ਦੇਣਗੇ, ਪਰ ਅਮੀਰ ਦੇ ਵੱਲ ਉਹਨੇ ਕਿਤਨਾ ਵੀ ਵੱਡਾ ਵਜ਼ਰ ਗੁਨਾਹ ਕੀਤਾ ਹੋਵੇ, ਕੋਈ ਵੀ ਇੱਕ ਮੁਖ ਚੋਂ ਬੋਲ ਕੇ ਇਹ ਨਹੀਂ ਆਖ ਸਕਦਾ ਵੀ ਇਸ ਅਮੀਰ ਨੇ ਏਡਾ ਵੱਡਾ ਕਾਂਡ, ਏਡਾ ਵੱਡਾ ਕੁਕਰਮ ਕੀਤਾ ਹੈ, ਇਹ ਮਾੜਾ ਹੈ, ਕਿਉਂਕਿ ਉਹਦੇ ਕੋਲ ਧਨ ਦੀ ਤਾਕਤ ਹੈ ਤੇ ਧਨ ਦੀ ਤਾਕਤ ਦੇ ਨਾਲ ਉਹਨੇ ਸਾਰਿਆਂ ਦੇ ਮੂੰਹ ਬੰਦ ਕੀਤੇ ਹੋਏ। ਤੇ ਐਸੇ ਬੰਦੇ ਦੇ ਅੱਗੇ ਗਰੀਬ ਵੀ ਨਿਉਂਦਾ ਹੈ ਤੇ ਅਮੀਰ ਵੀ ਨਿਉਂਦਾ। ਬੜਾ ਪਿਆਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ, ਕਹਿੰਦੇ ਆਪ ਸੈਲ ਨੀਚ ਘਰ ਹੋਏ, ਕਿ ਧਨ ਦੌਲਤ ਆਪ ਸੈਲ ਭਾਵ ਧਨ ਦੌਲਤ ਕਿਸੇ ਨੀਚ ਬਿਰਤੀ ਵਾਲੇ ਇਨਸਾਨ ਦੇ ਘਰ ਵਿੱਚ ਅਗਰ ਹੋਏ, ਉਹਦੇ ਕੋਲ ਹੋਵੇ, ਆਥ ਦੇਖ ਨਿਵੈ ਜਿਸ ਦੋਏ, ਤੇ ਉਹਦੇ ਧਨ ਨੂੰ ਵੇਖ ਕੇ, ਉਹਦੀ ਧਨ ਦੀ ਤਾਕਤ ਨੂੰ ਵੇਖ ਕੇ, ਉਹਦੀ ਅਮੀਰੀ ਨੂੰ ਵੇਖ ਕੇ ਗਰੀਬ ਕੀ ਅਮੀਰ ਕੀ ਅੱਗੇ ਨਿਉਂਦੇ ਨੇ। ਫਿਰ ਅੱਗੇ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਵੀ ਉਹਦੇ ਕੋਲ ਜੇ ਧਨ ਹੈ, ਭਾਵੇਂ ਅੰਦਰੋਂ ਮੂਰਖ ਹੀ ਹੈ, ਕੋਈ ਗੱਲ ਨਹੀਂ ਉਹਦੇ ਕੋਲ ਸਿਆਣਪ ਵਾਲੀ, ਕੋਈ ਉੱਚੇ ਵਿਚਾਰ ਦਾ ਉਹ ਮਾਲਕ ਨਹੀਂ ਹੈ, ਮੂਰਖ ਬੰਦਾ ਹੈ, ਪਰ ਲੋਕ ਉਹਨੂੰ ਸਿਆਣਾ ਮੰਨਦੇ ਨੇ ਜੀ। ਤੇ ਅਖਾਣ ਐਵੇਂ ਨਹੀਂ ਇਹ ਪਕਾਏ ਗਏ ਕਿ ਜਿਨ੍ਹਾਂ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਆ ਪੰਜਾਬੀ ਦੇ ਬੋਲ ਨੇ। ਤੇ ਗੁਰੂ ਜੀ ਬਾਣੀ ਵਿੱਚ ਕਹਿ ਰਹੇ ਨੇ ਆਤ ਹੋਏ ਤਾਂ ਮੁਗਧ ਸਿਆਣਾ, ਪਰ ਗੁਰੂ ਜੀ ਅੱਗੇ ਤਤ ਦੀ ਗੱਲ ਕਹਿੰਦੇ ਨੇ ਕਿ ਭਗਤ ਵੀ ਹੋਣਾ ਜਗਤ ਬੌਰਾਨਾ, ਕਿ ਜਗਤ ਦੇ ਕੋਲ ਸੋਝੀ ਨਹੀਂ, ਨਾਮ ਨਹੀਂ, ਇਹ ਬਾਵਰਾ ਹੋਇਆ ਫਿਰਦਾ ਹੈ, ਧਨ ਦੌਲਤ ਦੇ ਮਗਰ ਭੱਜਾ ਫਿਰਦਾ ਹੈ, ਤੇ ਜਿਹਦੇ ਕੋਲ ਧਨ ਹੈ ਉਹ ਭਾਵੇਂ ਨੀਚ ਪੱਧਰ ਦਾ ਹੈ, ਉਹਦੇ ਅੱਗੇ ਨਿਉਂਦਾ ਫਿਰਦਾ ਹੈ। ਇੱਥੋਂ ਤੱਕ ਕਿ ਧਾਰਮਿਕ ਸਟੇਜਾਂ ਤੋਂ ਨੀਚ ਬਿਰਤੀ ਵਾਲੇ, ਉਹਨਾਂ ਕੋਲ ਰਾਜ ਦੀ ਤਾਕਤ ਹੈ, ਧਨ ਦੀ ਤਾਕਤ ਹੈ, ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਧਨ ਮਨੁੱਖ ਦੇ ਗੁਜ਼ਰਾਨ ਦਾ ਇੱਕ ਸਾਧਨ ਹੋਣਾ ਚਾਹੀਦਾ ਸੀ, ਪਰ ਸਾਧਨ ਨਹੀਂ ਇਸ ਨੇ ਮੰਨਿਆ, ਇਸ ਨੂੰ ਬਹੁਤ ਵੱਡੀ ਇੱਕ ਤਾਕਤ ਮੰਨ ਲਿਆ ਹੈ। ਵੀ ਧਨ ਹੋਏਗਾ ਮੇਰਾ ਅਦਬ ਹੋਣਾ ਹੈ, ਸਤਿਕਾਰ ਹੋਣਾ ਹੈ, ਧਨ ਹੋਏਗਾ ਤੇ ਮੇਰੇ ਆਲੇ ਦੁਆਲੇ ਰਿਸ਼ਤੇਦਾਰ ਬੜੇ ਸੱਜਣ ਮਿੱਤਰ ਨੇ, ਕਿ ਉਹਦੇ ਬੜੇ ਆਲੇ ਦੁਆਲੇ ਉਹਦੇ ਸੱਜਣ ਮਿੱਤਰ ਸਮਾਜ ਵਿੱਚੋਂ, ਸੰਸਾਰ ਦੇ ਵਿੱਚੋਂ ਉਹਦੇ ਨਾਲ ਖੜੇ ਮਿਲਦੇ ਨੇ। ਉਸ ਦੀ ਇਸ ਭਾਵਨਾ ਨੇ ਧਨ ਨੂੰ ਇਕੱਠਾ ਕਰਨ ਦੇ ਵੱਲ ਪ੍ਰੇਰ ਦਿੱਤਾ ਕਿ ਬਹੁਤ ਸਾਰਾ ਧਨ ਮੈਂ ਇਕੱਠਾ ਕਰਾਂ। ਪਰ ਜਦੋਂ ਧਨ ਇਕੱਠਾ ਕਰਨ ਦੀ ਭਾਵਨਾ ਮਨੁੱਖ ਦੇ ਅੰਦਰ ਜਨਮ ਲੈ ਲੈਂਦੀ ਹੈ, ਫਿਰ ਮਨੁੱਖ ਇਸ ਧਨ ਦੇ ਖਾਤਰ ਪਾਪ ਕਰਦਾ ਹੈ, ਜ਼ੁਲਮ ਕਰਦਾ ਹੈ, ਠੱਗੀਆਂ ਬੇਈਮਾਨੀਆਂ, ਹੱਕ ਬੇਹੱਕ ਇਹਦੀ ਵਿਚਾਰ ਨਹੀਂ ਕਰਦਾ। ਧਨ ਹੋਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਗੁਰੂ ਜੀ ਕਹਿੰਦੇ ਨੇ ਕਿ ਬਹੁਤਾ ਧਨ ਜਿਹੜਾ ਹੈ ਉਹ ਪਾਪਾਂ ਦੇ ਕੀਤਿਆਂ ਬਗੈਰ ਇਕੱਠਾ ਹੋ ਹੀ ਨਹੀਂ ਸਕਦਾ। ਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਜਰ ਕਾਰਨ ਘਣੀ ਬਿਗੁਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਜੋ ਹੋਵੇ ਨਾਹੀ, ਮੋਇਆਂ ਸਾਥ ਨ ਜਾਏ। ਵੀ ਸਾਰੀ ਲੋਕਾਈ ਹੀ ਇਸ ਜਰ, ਇਸ ਧਨ ਦੇ ਵਿੱਚ ਮੋਹ ਮਾਇਆ ਦੇ ਵਿੱਚ ਖਚਤ ਹੋਈ ਪਈ ਹੈ, ਆਪਣਾ ਜ਼ਮੀਰ ਵੇਚਦੀ ਫਿਰਦੀ ਹੈ, ਤੇ ਪਾਪ ਕਰਮ ਕਰਕੇ ਇਹ ਧਨ ਜਿਹੜਾ ਇਕੱਠਾ ਹੁੰਦਾ ਹੈ, ਉਸ ਤੋਂ ਬਗੈਰ ਇਕੱਠਾ ਹੋ ਹੀ ਨਹੀਂ ਸਕਦਾ। ਉਤਨੇ ਪਾਪ ਗਰੀਬਾਂ ਨੇ ਆਪਣੇ ਗੁਜ਼ਰਾਨ ਦੀ ਪ੍ਰਾਪਤੀ ਦੇ ਲਈ ਨਹੀਂ ਕੀਤੇ
ਜਿੰਨੇ ਪਾਪ ਧਨ ਨੂੰ ਇਕੱਠਾ ਕਰਨ ਵਾਸਤੇ ਅਮੀਰ ਲੋਕਾਂ ਨੇ ਕੀਤੇ ਨੇ, ਕਿਉਂਕਿ ਧਨ ਨੂੰ ਬਹੁਤ ਵੱਡੀ ਸ਼ਕਤੀ ਸਮਝ ਲਿਆ, ਧਨ ਨੂੰ ਬਹੁਤ ਵੱਡੀ ਤਾਕਤ ਸਮਝ ਲਿਆ, ਤੇ ਉਸ ਧਨ ਨੂੰ ਇਕੱਠਾ ਕਰਨ ਦੀ ਭਾਵਨਾ ਫਿਰ ਮਨੁੱਖ ਦੇ ਕੋਲੋਂ ਅਪਰਾਧ ਕਰਾਉਂਦੀ ਹੈ, ਉਹਦੇ ਨਾਲ ਠੱਗੀ ਮਾਰ, ਉਹਦੇ ਨਾਲ ਬੇਈਮਾਨੀ ਕਰ, ਇੱਥੋਂ ਤੱਕ ਕਿ ਮਨੁੱਖ ਆਪਣਿਆਂ ਨੂੰ ਵੀ ਨਹੀਂ ਛੱਡਦਾ, ਭਰਾ ਨਾਲ ਧੋਖਾ ਕਰ ਲੈਂਦਾ, ਮਾਂ ਬਾਪ ਨੂੰ ਇੱਕ ਪਾਸੇ ਕਰਕੇ ਸਾਰੀ ਦੌਲਤ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਲਵਾ ਲੈਂਦਾ ਹੈ। ਕਈ ਵਾਰੀ ਮਾਂ ਬਾਪ ਦਾ ਕਤਲ ਵੀ ਹੋ ਜਾਂਦਾ ਹੈ, ਭਰਾ ਦਾ ਕਤਲ ਹੋ ਜਾਂਦਾ ਹੈ। ਧਨ ਚਾਹੀਦਾ ਮੈਨੂੰ, ਮੈਂ ਦਿਖਣਾ ਚਾਹੀਦਾ ਵੀ ਇੰਨੀ ਕੁ ਅਮੀਰੀ ਦਾ ਮੈਂ ਮਾਲਕ ਹਾਂ। ਗੁਰਮੁਖੋ, ਜਦੋਂ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਦੋ ਤਸਵੀਰਾਂ ਸਾਨੂੰ ਦਿਖਦੀਆਂ ਨੇ। ਜਦੋਂ ਦੋਵਾਂ ਤਸਵੀਰਾਂ ਨੂੰ ਅਸੀਂ ਪੜ੍ਹਦੇ ਹਾਂ, ਸਮਝਦੇ ਹਾਂ, ਬੜੀ ਵੱਡੀ ਮਨੁੱਖਤਾ ਨੂੰ ਉਹਨਾਂ ਦੋ ਸਾਖੀਆਂ ਦੇ ਵਿੱਚੋਂ ਸੇਧ ਮਿਲਦੀ ਹੈ ਕਿ ਇਸ ਧਨ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹੀ ਜਗ੍ਹਾ ਦੇਣੀ ਹੈ। ਬਹੁਤ ਵੱਡਾ ਗਿਆਨ ਮਿਲਦਾ ਹੈ। ਜਿਸ ਮਨੁੱਖ ਨੇ ਧਨ ਦੇ ਵਿੱਚੋਂ ਮਿਲਣ ਵਾਲੀ ਵਡਿਆਈ ਨੂੰ ਪ੍ਰਾਪਤ ਕਰਨ ਦੇ ਖਾਤਰ ਧਨ ਨੂੰ ਪ੍ਰਾਪਤ ਕਰਨ ਲਈ ਪਾਪ ਕੀਤਾ ਹੈ, ਉਹਨੂੰ ਸੱਚੀ ਵਡਿਆਈ, ਸੱਚਾ ਅਦਬ ਸੰਸਾਰ ਦੇ ਵਿੱਚ ਨਹੀਂ ਮਿਲ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ, 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਜਾਂਦਾ ਹੈ ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਮੁਸੀਬਤਾਂ ਨੂੰ ਝੱਲਦੇ ਹੋਏ ਇਸ ਗੰਗੂ ਬ੍ਰਾਹਮਣ ਦੇ ਘਰ ਪਹੁੰਚਦੇ ਨੇ, ਜਿਸ ਨੇ ਆਪਣਾ ਸਾਰਾ ਪਰਿਵਾਰ ਕਈ ਸਾਲ ਗੁਰੂ ਘਰ ਦੇ ਵਿੱਚ ਰਹਿ ਕਰਕੇ ਪਾਲਿਆ। ਚਾਹੀਦਾ ਤੇ ਇਹ ਸੀ ਕਿ ਅੱਜ ਮੁਸੀਬਤ ਬਣੀ ਹੈ ਮਾਤਾ ਗੁਜਰ ਕੌਰ ਜੀ ਛੋਟੇ ਲਾਲਾਂ ਦੇ ਉੱਤੇ ਤੇ ਇਹਨਾਂ ਦਾ ਮੁਸੀਬਤ ਵਿੱਚ ਸਾਥ ਦਿੱਤਾ ਜਾਏ, ਪਰ ਹੋਇਆ ਕਿ ਮੁਸੀਬਤ ਵਿੱਚ ਸਾਥ ਉਹਨੇ ਕੀ ਦੇਣਾ ਸੀ? ਜੋ ਧਨ ਉਸ ਵਕਤ ਮਾਤਾ ਗੁਜਰ ਕੌਰ ਜੀ ਦੇ ਕੋਲ ਸੀ ਉਹਨੇ ਚੁਰਾ ਲਿਆ। ਜੋ ਉਸ ਵਕਤ ਉਹਨਾਂ ਦੀ ਲੋੜ ਵੀ ਸੀ, ਕਿਉਂਕਿ ਪਰਿਵਾਰ ਦਾ ਕੋਈ ਮੈਂਬਰ ਨਾਲ ਨਹੀਂ, ਔਖੇ ਵੇਲੇ ਉਹ ਧਨ ਸਾਥ ਦੇ ਸਕਦਾ ਸੀ, ਪਰ ਗੰਗੂ ਨੇ ਚੁਰਾ ਲਿਆ। ਤੇ ਜਦੋਂ ਮਾਤਾ ਜੀ ਨੇ ਪੁੱਛਿਆ ਤੇ ਅੱਗੋਂ ਔਖਾ ਹੋ ਗਿਆ, ਨਾਰਾਜ਼ ਹੋ ਗਿਆ ਤੇ ਬਾਹਰ ਢੰਡੋਰਾ ਵੀ ਪਿੱਟਿਆ ਜਾ ਰਿਹਾ ਸੀ ਵੀ ਜੇ ਕਿਸੇ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਸੋ ਖਬਰ ਹੈ, ਜੋ ਦੇਵੇਗਾ ਸਾਨੂੰ, ਪਕੜਵਾਏਗਾ, ਉਹਨੂੰ ਨਾਮ ਦਿੱਤਾ ਜਾਏਗਾ। ਇੱਕ ਇਹਨੇ ਮੋਹਰਾਂ ਉਹ ਧਨ ਆਪਣੇ ਕਬਜ਼ੇ ਵਿੱਚ ਕਰ ਲਿਆ। ਮਾਤਾ ਨੇ ਪੁੱਛਿਆ ਤੇ ਨਾਰਾਜ਼ ਹੋ ਗਿਆ। ਦੂਜਾ ਇਨਾਮ ਦਾ ਲਾਲਚ ਇੱਥੋਂ ਤੱਕ ਵਧਿਆ ਵੀ ਬਾਹਰੋਂ ਵੀ ਇਨਾਮ ਪ੍ਰਾਪਤ ਕਰਾਂਗਾ। ਜਾ ਕੇ ਮਰਿੰਡੇ ਸ਼ਿਕਾਇਤ ਲਗਾਇਆ, ਗੁਰੂ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਪਕੜਵਾ ਦਿੱਤਾ। ਤੇ ਖਟਿਆ ਕੀ ਉਸ ਗੰਗੂ ਨੇ? ਇਹ ਕੁਝ ਕਰਕੇ ਕੁਝ ਸੰਸਾਰ ਦੇ ਵਿੱਚੋਂ ਕੋਈ ਇੱਜ਼ਤ, ਕੋਈ ਮਾਣ, ਕੋਈ ਵਡਿਆਈ ਪ੍ਰਾਪਤ ਕੀਤੀ ਉਸਨੇ? ਬਿਲਕੁਲ ਨਹੀਂ। ਅੱਜ ਤੱਕ ਨੂੰ ਲਾਹਣਤਾਂ ਪੈਂਦੀਆਂ ਨੇ ਤੇ ਰਹਿੰਦੀ ਦੁਨੀਆ ਤੱਕ ਪੈਂਦੀਆਂ ਰਹਿਣਗੀਆਂ। योगी अल्लाहजार खान जी ते लिखते हैं, दुनिया में अपने आप को बदनाम कर गया, दुश्मन भी ना कर सका वो काम कर गया। दुनिया दे विच अपने आप को एक कर्म करके बदनाम कर गया। ते इतिहासकार दसदे ने भी ओही धन ओहदी मौत का कारण भी बने। जब सरकार नूं पता लग्या ना भी इहने धन माता गुजर कौर जी का चुराया है, इहदे कोल धन बहुत इहदे हत्थ विच लगा है, ते इह मोहरां जड़ियां सन सोने दियां ये किते वगदे हुए दरिया नदी दे रेतले कंढे ते किते दब आया सी। पता सी सरकार ने मेरा घर खोलना ते खोलिया। जदों ना मिलिया इहनूं सिपाहियां ने कुटना शुरू किया। आख्या भी तानों जिहड़ा माता गुजर कौर जी दे कोल सी, सुनिया तेरे कब्जे विच है, दे वो धन। ते हुण ये अपनी जान बचाउण वास्ते वो धन नूं लभदा है, वो पर पानी हड़ आया ते वो वग गया, गां ही चलिया गया, किते किनारे ते ने दबिया सी। वो लभ्या ना, कहंदे तूं झूठ बोलदा है। इन्ना कुटिया, इन्ना मारिया, गंगू नूं नाल ही इहदी मौत हो गई ते बदनामी खट के गया।
ਇਹ ਤੇ ਗੰਗੂ ਦੀ ਤਸਵੀਰ ਹੈ। ਦੂਜੀ ਤਸਵੀਰ ਟੋਡਰ ਮੱਲ ਜੀ ਦੀ ਹੈ, ਜਦੋਂ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਜਾਂਦੇ ਨੇ ਤੇ ਸਰਕਾਰ ਇਹ ਐਲਾਨ ਕਰਦੀ ਹੈ ਕਿ ਜਿੰਨੇ ਵੀ ਇਹਨਾਂ ਦੇ ਸਰੀਰ ਸਾਹਮਣੇ ਹਨ, ਖੜੀਆਂ ਮੋਹਰਾਂ ਕਰਕੇ ਪੈਸਾ ਦੇਵੇ, ਧਨ ਦੇਵੇ। ਹੁਣ ਟੋਡਰ ਮੱਲ ਜੀ ਤਿਆਰ ਹੋ ਜਾਂਦੇ ਨੇ, ਆਪਣਾ ਸਾਰਾ ਜਿੰਨੀ ਜ਼ਿੰਦਗੀ ਦੀ ਪੂੰਜੀ ਸੀ, ਇੱਥੋਂ ਤੱਕ ਕਿ ਆਪਣੀਆਂ ਹਵੇਲੀਆਂ ਵੀ ਵੇਚੀਆਂ ਉਹਨਾਂ ਨੇ, ਮੋਹਰਾਂ ਖੜੀਆਂ ਕਰਕੇ ਗੁਰੂ ਕੇ ਲਾਲਾਂ ਦਾ, ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦੇ ਸਰੀਰ ਨੂੰ ਸੰਭਾਲਿਆ। ਵੈਸੇ ਧਨ ਦੀ ਲੋੜ ਤੇ ਜਿਉਂਦਿਆਂ ਜੀ ਹੁੰਦੀ ਹੈ ਨਾ। ਜਦੋਂ ਸਾਹਿਬਜ਼ਾਦੇ ਜਿਉਂਦੇ ਸਨ, ਮਾਤਾ ਗੁਜਰ ਕੌਰ ਜੀ ਜਿਉਂਦੇ ਸਨ, ਉਦੋਂ ਵਧੇਰੇ ਲੋੜ ਸੀ। ਉਦੋਂ ਉਹਨਾਂ ਕੋਲ ਗੱਬੂ ਵਰਗੇ ਨੇ ਧਨ ਖੋਇਆ, ਪਰ ਹੁਣ ਕੋਈ ਬਹੁਤੀ ਲੋੜ ਨਹੀਂ ਹੈ। ਫਿਰ ਵੀ ਗੁਰੂ ਕੇ ਲਾਲਾਂ ਦੇ ਸਰੀਰ ਨੂੰ ਸੰਭਾਲਣ ਵਾਸਤੇ, ਅਦਬ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਟੋਡਰ ਮੱਲ ਜੀ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਦੇ ਕਰਕੇ ਇਹ ਸੇਵਾ ਆਪਣੇ ਹਿੱਸੇ, ਆਪਣੀ ਝੋਲੀ ਵਿੱਚ ਪਵਾ ਲਈ। ਰਹਿੰਦੀ ਦੁਨੀਆ ਤੱਕ ਟੋਡਰ ਮੱਲ ਨੂੰ ਅੱਜ ਤੱਕ ਸਿੱਖ ਯਾਦ ਕਰਦੇ ਨੇ। ਅੱਜ ਵੀ ਉਹਦੇ ਖਾਨਦਾਨ ਨੂੰ ਸਰਹੰਦ ਜਦੋਂ ਇਹ ਸਮਾਗਮ ਹੁੰਦਾ ਹੈ ਨਾ, ਬੁਲਾ ਕਰਕੇ ਸਨਮਾਨ ਦਿੱਤਾ ਜਾਂਦਾ ਹੈ। ਦੋ ਤਸਵੀਰਾਂ ਤੁਸੀਂ ਵੇਖ ਲਈਆਂ ਇਤਿਹਾਸ ਵਿੱਚੋਂ, ਇੱਕ ਨੂੰ ਲਾਹਣਤਾਂ ਪੈ ਗਈਆਂ ਧਨ ਚੁਰਾਣ ਕਰਕੇ, ਅਕਿਰਤ ਘਣਤਾ ਕਰਨ ਕਰਕੇ, ਤੇ ਇੱਕ ਨੇ ਸ਼ਹੀਦ ਮਾਤਾ ਗੁਜਰ ਕੌਰ, ਮਾਤਾ ਸਾਹਿਬਜ਼ਾਦਿਆਂ ਦਾ ਇਹ ਸਰੀਰ ਸਾਂਭਿਆ, ਆਪਣਾ ਧਨ ਦੇ ਕੇ, ਆਪਣੀ ਪ੍ਰਾਪਰਟੀ ਦੇ ਕਰਕੇ ਉਹਨੂੰ ਅੱਜ ਦੁਨੀਆ ਵਿੱਚ ਸਨਮਾਨ ਮਿਲਦਾ ਹੈ। ਉਹਦੀਆਂ ਪੀੜ੍ਹੀਆਂ ਤਰ ਗਈਆਂ। ਸੋ ਆਪਾਂ ਹੁਣ ਇਹ ਸਮਝਣਾ ਹੈ ਕਿ ਧਨ ਨੂੰ ਆਪਣੀ ਜ਼ਿੰਦਗੀ ਵਿੱਚ ਕਿਹੜੀ ਥਾਂ ਦੇਣੀ ਹੈ। ਜੇ ਤੇ ਧਨ ਨੂੰ ਆਪਾਂ ਗੁਜਰਾਨ ਮਾਤਰ ਸਮਝਾਂਗੇ, ਫਿਰ ਧਨ ਦੀ ਖਾਤਰ ਕਦੇ ਪਾਪ, ਕਦੇ ਠੱਗੀ, ਕਦੇ ਬੇਈਮਾਨੀ ਨਹੀਂ ਕਰ ਸਕਾਂਗੇ। ਇੱਥੋਂ ਤੱਕ ਕਿ ਪਰਿਵਾਰ ਨੂੰ ਵੀ ਪਾਲਣ ਲੱਗੇ ਆਪਾਂ ਸੁਚੇਤ ਹੋ ਕੇ ਵਿਚਰਾਂਗੇ ਕਿ ਠੱਗੀ ਦਾ, ਬੇਈਮਾਨੀ ਦਾ ਧਨ ਮੈਂ ਆਪਣੇ ਪਰਿਵਾਰ ਵਿੱਚ ਨਹੀਂ ਵਰਤਣਾ। ਤੇ ਜਿਹੜਾ ਵਰਤਦਾ ਹੈ ਨਾ, ਉਹਦੇ ਬਾਬਤ ਬਾਬਾ ਕਬੀਰ ਸਾਹਿਬ ਜੀ ਦੇ ਬੜੇ ਕਰੜੇ ਬੋਲ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਧਾਰਾ ਤੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਰੀਜੈ। ਬਹੁਤ ਸਾਰੀਆਂ ਠੱਗੀਆਂ, ਧੋਖੇ, ਬੇਈਮਾਨੀਆਂ ਕਰਕੇ ਤੂੰ ਪਰਾਇਆ ਧਨ ਲੈ ਕੇ ਘਰ ਵਿੱਚ ਆਉਣਾ ਹੈ ਤੇ ਇਸਤਰੀ ਪੁੱਤਰਾਂ ਦੇ ਉੱਤੇ ਲਟਾਉਣਾ ਹੈ। ਪਰ ਯਾਦ ਰੱਖੀ, ਤੈਨੂੰ ਇਕੱਲੇ ਨੂੰ ਇਹਦਾ ਹਿਸਾਬ ਤੇਰੀ ਜਿੰਦ ਨੂੰ ਦੇਣਾ ਪੈਣਾ ਹੈ। ਇਹੀ ਗੱਲ ਸੱਜਣ ਨੂੰ ਸਮਝਾਈ ਸੀ। ਤੇ ਜਿਹੜਾ ਸਿੱਖ ਗੁਰਮਤ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਕਰਕੇ ਹੱਟ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ, ਜਾਂ ਮਰਦਾਰ ਨਾ ਖਾਏ ਵਾਲੀ ਅਵਸਥਾ ਦਾ ਧਾਰਣੀ ਬਣ ਜਾਂਦਾ ਹੈ। ਪਰਾਏ ਧਨ ਦੀ, ਪੂੰਜੀ ਦੀ, ਜ਼ਮੀਨ ਦੀ ਉਹਦੇ ਉੱਤੇ ਲਾਲਸਾ ਜਾਂ ਅੱਖ ਨਹੀਂ ਰੱਖਦਾ। ਆਪਣੇ ਕੋਲ ਜੋ ਕੁਝ ਹੈ, ਉਹਦੀ 10 ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਭਾਵੇਂ ਥੋੜਾ ਹੈ ਭਾਵੇਂ ਬਹੁਤਾ ਹੈ, ਉਹਦੇ ਨਾਲ ਆਪਣੇ ਪਰਿਵਾਰ ਟੱਬਰ ਦਾ ਗੁਜ਼ਾਰਾ ਕਰਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਉਸ ਸਿੱਖ ਤੋਂ ਸਦਕੇ। ਬੜੇ ਡੂੰਘੇ ਅਰਥ ਨੇ ਇਹਨਾਂ ਪੰਕਤੀਆਂ ਦੇ। ਅੱਜ ਕਈ ਵਾਰੀ ਲੜਕੇ ਵਾਲਿਆਂ ਦੀ ਅੱਖ ਜਿਹੜੀ ਹੈ ਕੁੜੀ ਵਾਲਿਆਂ ਦੇ ਧਨ ਦੌਲਤ ਪੂੰਜੀ ਤੇ ਹੋਇਆ ਕਰਦੀ ਹੈ। ਕਾਰ ਤੇ ਮਿਲੇਗੀ ਨਾ, ਪਰਾਏ ਧਨ ਤੇ ਅੱਖ ਹੋਗੀ ਨਾ। ਲੜਕੀਆਂ ਹੀ ਨੇ ਜੀ, ਲੜਕਾ ਇਹਨਾਂ ਦਾ ਹੈ ਕੋਈ ਨਹੀਂ, ਜ਼ਮੀਨ ਤੇ ਹਿੱਸੇ ਆਏਗੀ ਨਾ, ਪ੍ਰਾਪਰਟੀ ਤੇ ਹਿੱਸੇ ਆਏਗੀ ਨਾ। ਆਹ ਲਾਲਚ ਰੱਖ ਕੇ ਵਿੱਚ ਰਿਸ਼ਤੇ ਹੋ ਰਹੇ ਨੇ। ਤੇ ਪਰਾਇਆ ਧਨ ਹੈ ਨਾ, ਫਿਰ ਪਰਾਏ ਧਨ ਤੇ ਅੱਖ ਹੈ ਨਾ। ਫਿਰ ਇੰਨੇ ਕੜੇ ਸਾਨੂੰ ਪਾਓ, ਇੰਨੀਆਂ ਮਿਲੀਆਂ ਸਾਡੀਆਂ ਕਰਵਾਓ, ਇੰਨੇ ਮਹਿੰਗੇ ਸੂਟ, ਆ ਮਾਮੇ ਨੂੰ ਆਹ ਸੂਟ, ਆ ਮਾਮੀ ਨੂੰ ਆਹ ਸੂਟ, ਮਾਮੇ ਨੂੰ ਕੜਾ ਪਾਓ ਜੀ। ਮਾਮਾ ਹਲ ਵਾਹੁੰਦਾ ਆਇਆ, ਉੱਥੇ ਮਾਮੇ ਨੂੰ ਨਾਲ ਕੜੇ ਪਾਓ, ਫੁੱਫੜ ਨੂੰ ਪਾਓ ਜੀ। ਅਗਲਿਆਂ ਦੇ ਘਰ ਦਾ ਪਗਾੜਾ ਕਰ ਦਿੰਦੇ ਐ। ਅੱਜ ਸੋਨਾ ਇੰਨਾ ਮਹਿੰਗਾ ਹੈ ਨਾ, ਜਿਹੜੇ ਅੱਜ ਦੇ ਸਮੇਂ ਵਿੱਚ ਧੀ ਦਾ ਵਿਆਹ ਕਰ ਰਹੇ ਨੇ, ਵਿਚਾਰੇ ਦਿਨ ਰਾਤ ਟੈਨਸ਼ਨਾਂ ਵਿੱਚ ਨੇ। ਇੰਨੀਆਂ ਮਿਲਣੀਆਂ ਕਿੱਥੋਂ ਪੂਰੀਆਂ ਕਰਾਂਗਾ। ਅਗਲਿਆਂ ਤੇ ਮੂੰਹ ਮੰਗਿਆ। ਸੁੱਖ ਨਾਲ ਸਾਡੀ ਦਾਦੀ ਜਿਉਂਦੀ ਹੈ, ਉਹ ਵੀ ਕਹਿੰਦੀ ਮਰਦਿਆਂ ਮਰਦਿਆਂ ਮੈਂ ਛਾਪ ਪਵਾ ਲਵਾਂ, ਮੈਂ ਵਾਲੀਆਂ ਪਵਾ ਲਵਾਂ। ਇਹ ਪਰਦਰਦ ਨਹੀਂ ਹੈ।
ਕਿੱਥੇ ਚਲੀ ਗਈ ਸਾਡੀ ਸੋਚ? ਗੁਰੂ ਨੇ ਸਾਨੂੰ ਇਹੋ ਜਿਹਾ ਨਹੀਂ ਸੀ ਬਣਾਇਆ। ਗੁਰੂ ਨੇ ਤੇ ਇਹ ਬਣਾਇਆ ਸੀ ਕਿ ਤੂੰ ਅਗਲੇ ਦੀ ਧੀ ਇੱਕ ਸੂਟ ਦੇ ਵਿੱਚ ਲੈ ਕੇ ਆ ਜਾ। ਸਗੋਂ ਇਹ ਕਹਿ ਕਿ ਦਾਲ ਫੁਲਕਾ ਛਕਾ ਦਿਓ ਸਾਨੂੰ, ਤੇ ਅਸੀਂ ਤੁਹਾਡੀ ਧੀ ਆਪਣੀ ਬੇਟੀ ਬਣਾ ਕੇ ਲੈ ਕੇ ਜਾ ਰਹੇ ਹਾਂ। ਸਗੋਂ ਤੁਸੀਂ ਜਿਗਰ ਦਾ ਟੁਕੜਾ ਸਾਡੀ ਝੋਲੀ ਵਿੱਚ ਪਾ ਰਹੇ ਹੋ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵਿਆਹੁਣ ਗਏ ਨਾ, ਲਾਲ ਚੰਦ ਜੀ ਜਦੋਂ ਬਰਾਤ ਤੁਰਨ ਲੱਗਦੀ ਹੈ ਨਾ, ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕਦਮਾਂ ਦੇ ਵਿੱਚ ਲਾਲ ਚੰਦ ਜੀ ਆਪਣੀ ਦਸਤਾਰ ਰੱਖ ਦਿੰਦੇ ਆ। ਅੱਖਾਂ ਵਿੱਚ ਅਥਰੂ ਨੇ। ਇੱਕੋ ਦਮ ਗੁਰੂ ਜੀ ਨੇ ਦਸਤਾਰ ਚੁੱਕ ਕੇ ਲਾਲ ਚੰਦ ਜੋ ਕੁੜਮ ਸਨ, ਮਾਤਾ ਗੁਜਰ ਕੌਰ ਜੀ ਦੇ ਬਾਪ ਸਨ, ਉਹਨਾਂ ਦੇ ਸਿਰ ਤੇ ਰੱਖੀ। ਕਹਿੰਦੇ ਕੀ ਕਰ ਰਹੇ ਹੋ ਤੁਸੀਂ? ਮੇਰੇ ਸੰਬੰਧੀ ਹੋ, ਮੇਰੇ ਹਰਮਨ ਪਿਆਰੇ ਹੋ ਤੁਸੀਂ। ਕਹਿਣ ਲੱਗੇ ਅੱਖਾਂ ਵਿੱਚ ਅਥਰੂ ਕਿਉਂ? ਗੁਰੂ ਪਾਤਸ਼ਾਹ ਜੀ ਤੁਸੀਂ ਚਬਰ ਛਤਰ ਤਖਤ ਦੇ ਮਾਲਕ, ਲੱਖਾਂ ਨਿਆਮਤਾਂ ਲੱਖਾਂ ਦਾਤਾਂ ਤੁਹਾਡੀ ਕਦਮਾਂ ਦੇ ਵਿੱਚ ਦਿਨ ਰਾਤ ਨਿਸ਼ਾਵਰ ਕਰਦੇ ਨੇ ਸਿੱਖ। ਤੁਸੀਂ ਦੁਨੀਆ ਦੇ ਸਾਰੇ ਖਜ਼ਾਨਿਆਂ ਦੇ ਮਾਲਕ, ਤੇ ਮੇਰੇ ਗਰੀਬ ਦੇ ਘਰ ਅੱਜ ਆਪਣਾ ਪੁੱਤਰ ਵਿਆਹੁਣ ਵਾਸਤੇ ਆਏ, ਸ਼ਹਿਜ਼ਾਦਾ ਵਿਆਹੁਣ ਵਾਸਤੇ ਆਏ ਹੋ। ਮੈਂ ਤੇ ਲੰਗਰ ਵੀ ਚੱਜ ਨਾਲ ਨਹੀਂ ਛਕਾ ਸਕਿਆ, ਕੋਈ ਨਾਲ ਵਸਤ ਵੀ ਨਹੀਂ ਦੇ ਸਕਿਆ, ਕੋਈ ਚੀਜ਼ ਅਰਪਣ ਨਹੀਂ ਕਰ ਸਕਿਆ ਦਾਜ ਦੇ ਵਿੱਚ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ ਸੀ? ਕਹਿਣ ਲੱਗੇ ਏਡੀ ਵੱਡੀ ਮੈਂ ਚੀਜ਼ ਲੈ ਚੱਲਿਆ ਹਾਂ, ਜਿਨ ਤਨ ਜਾ ਅਰਪਨ ਕੀਨਨ ਤਿਨ ਪਾਛੇ ਕਿਆ ਰਖ ਲੀਨਨ। ਜਿਹਨੇ ਆਪਣੇ ਜਿਗਰ ਦਾ ਟੁਕੜਾ ਮਾਤਾ ਗੁਜਰ ਕੌਰ ਜੀ ਨੂੰ ਪਾਲ ਪੋਸ ਕੇ ਮੇਰੇ ਘਰ ਵਿੱਚ ਤੋਰ ਦਿੱਤਾ, ਉਹਨੇ ਪਿੱਛੇ ਕੀ ਰੱਖ ਲਿਆ? ਮੈਂ ਬੜੀ ਵੱਡੀ ਇੱਕ ਮਹਾਨ ਇੱਕ ਐਸੀ ਔਰਤ ਲੈ ਕੇ ਚੱਲਿਆ ਵਾਂ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਉਹ ਪੂਰਨੇ ਪਾਏਗੀ ਜਿਸ ਵਰਗੀ ਪਤਨੀ ਇਤਿਹਾਸ ਵਿੱਚ ਨਹੀਂ ਹੋਣੀ, ਜਿਸ ਵਰਗੀ ਮਾਂ ਇਤਿਹਾਸ ਵਿੱਚ ਨਹੀਂ ਹੋਣੀ, ਜਿਸ ਵਰਗੀ ਦਾਦੀ ਇਤਿਹਾਸ ਵਿੱਚ ਨਹੀਂ ਕਦੇ ਹੋਣੀ। ਸੱਚ ਜਾਣਿਓ, ਲਹੂ ਦੇ ਨਾਲ ਲੱਥ-ਪੱਥ ਭਿੱਜਾ ਹੋਇਆ ਸੀਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸੇ ਮਾਤਾ ਗੁਜਰ ਕੌਰ ਜੀ ਦੇ ਕੋਲ ਜਦੋਂ ਪਹਿਲੀ ਵਾਰ ਪਹੁੰਚਦਾ ਹੈ, ਪਤਾ ਕੀ ਆਂਦੀ? ਪਤੀ ਜੀ ਤੁਹਾਡੀ ਕੇਸਾਂ ਸਵਾਸਾਂ ਸੰਗ ਨਿਭ ਗਈ ਹੈ, ਅਰਦਾਸ ਕਰਿਓ ਮੇਰੀ ਵੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ, ਪੁੱਤਰੋ ਮੈਂ ਇਹ ਸੁਣਿਆ ਤੇ ਸੁਣਨਾ ਚਾਹੁੰਦੀ ਆ, ਤੇਰੇ ਪੁੱਤ ਪੋਤਰੇ ਸ਼ਹੀਦ ਕਰ ਦਿੱਤੇ, ਤੇਰੇ ਪੋਤਰੇ ਕੋ ਕੇ ਮਾਰ ਦਿੱਤੇ। ਮੈਂ ਜਿਉਂਦੀ ਰਵਾਂਗੀ ਇਹ ਸੁਣ ਕੇ। ਪੁੱਤਰ ਉਦਣ ਮਰ ਜਾਂਗੀ ਜਦੋਂ ਮੇਰੇ ਕੰਨਾਂ 'ਚ ਇਹ ਖਬਰ ਪੈ ਗਈ ਤੇਰੇ ਪੋਤਰਿਆਂ ਨੇ ਈਨ ਮੰਨ ਲਈ ਹੈ, ਤੇਰੇ ਪੋਤਰੇ ਧਰਮ ਤੋਂ ਟੁੱਟ ਗਏ ਨੇ। ਪੁੱਤਰੋ ਧਰਮ ਤੋਂ ਟੁੱਟਣਾ ਨਹੀਂ, ਪੂਰਾ ਭਾਵੇਂ ਹੋ ਜਾਏ ਜੇ, ਇਹ ਖਬਰ ਮੈਨੂੰ ਮਿਲਣੀ ਚਾਹੀਦੀ ਹੈ। ਐਸੀ ਸੀ ਮਾਤਾ ਗੁਜਰ ਕੌਰ ਦੀ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਖਿਆ ਸੀ ਕਿ ਬੜੀ ਵੱਡੀ ਇੱਕ ਚੀਜ਼ ਮੈਂ ਤੇਰੇ ਘਰ ਦੇ ਵਿੱਚੋਂ ਲੈ ਕੇ ਚੱਲਿਆ, ਜਿਹਨੇ ਅੱਗੇ ਪੂਰਨੇ ਪਾਉਣੇ ਆ। ਸੋ ਇਹ ਭਾਵਨਾ ਗੁਰੂ ਜੀ ਨੇ ਸਾਨੂੰ ਦਿੱਤੀ ਸੀ। ਸਾਨੂੰ ਕੇਵਲ ਧੀ ਚਾਹੀਦੀ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਤੁਹਾਡੀ ਜ਼ਮੀਨ ਤੇ ਸਾਡੀ ਅੱਖ ਨਹੀਂ, ਤੁਹਾਡੀ ਦੌਲਤ ਤੇ ਸਾਡੀ ਅੱਖ ਨਹੀਂ, ਕੋਈ ਕਾਰਾਂ ਕੋਈ ਕੋਠੀਆਂ ਇਹ ਨਹੀਂ ਚਾਹੀਦੀਆਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਹੋਂ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਮੈਂ ਉਸ ਸਿੱਖ ਤੋਂ ਕੁਰਬਾਨ ਜਾਨਾ ਵਾਂ, ਸਦਕੇ ਜਾਨਾ ਵਾਂ ਜਿਹੜਾ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ, ਆਪਣੀ ਮਿਹਨਤ ਮਨਜ਼ੂਰੀ, ਆਪਣੀ ਹੱਕ ਹਲਾਲ ਮਿਹਨਤ ਦੀ ਕਮਾਈ ਕਰਕੇ ਆਪਣੇ ਟੱਬਰ ਨੂੰ ਪਾਲਦਾ ਹੈ। ਮੈਂ ਉਸ ਤੋਂ ਸਦਕੇ ਜਾਨਾ, ਕੁਰਬਾਨ ਜਾਨਾ। ਸੋ ਇਤਨੀਆਂ ਵਿਚਾਰਾਂ ਬੇਨਤੀਆਂ ਪ੍ਰਵਾਨ ਕਰਨੀਆਂ। ਕਾਸ਼ ਇਹੋ ਜਿਹਾ ਜੀਵਨ ਸਾਡਾ ਬਣ ਜਾਏ। ਤੇ ਭਾਈ ਗੁਰਦਾਸ ਜੀ ਸਾਡੇ ਤੋਂ ਸਦਕੇ ਜਾਣ ਵਾਸਤੇ ਬੜੇ ਉਤਾਵਲੇ ਹਨ, ਸਦਕੇ ਜਾਣ ਦੀਆਂ ਗੱਲਾਂ ਕਰਦੇ ਹਨ। ਕੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰਿਯ ਸ਼ਬਦ ਗਾਵਣ ਆਈਆਂ, ਸ਼ਬਦੋ ਥੰਗਾ ਮਾਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਵਰਨਾਦੇ ਅਰਨਾਗ ਰਹੋ, ਤੂੰ ਮਨ ਮੇਰੇ ਦੁਖ ਸਭ ਵਿਸਾਰਣ।
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਾ ਸੁਆਮੀ ਸੋ ਕਿਉ ਮਨੁ ਸਾਰੇ ਕਹਿ ਨਾਨਕ ਮਨ ਮੇਰੇ ਸੁਦਾਰ ਮੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਦਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸੁਖ ਗਵਾਈਆਂ ਕ੍ਰਿਸ਼ਾਂ ਸੁਖ ਮਨ ਆਇ ਵਸਿਆ ਜਨੀਚਾਂ ਸਤ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੂ ਜੀ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਖ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ ਪੰਜ ਲੋਕ ਨਿਵਾਸ ਕੀਤੇ ਕਾਲ ਕੰਠ ਕੁਮਾਰਿਆ ਗੁਰ ਕਰਮ ਪਾਇਆ ਗੁਰ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਰ ਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਆ ਪ੍ਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਜੀਓ ਪਿੰਡ